ਵਾਹਿਗੁਰੂ 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 ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਪਰਮਾਤਮਾ ਸਰਬ ਕਲਾ ਸੰਪੂਰਨ ਸਮਰੱਥ ਹੈ। ਕਦੀ ਮਾਇਆ ਦਾ ਮਾਣ ਨਹੀਂ ਕਰਨਾ ਗੁਰਮੁਖੋ। ਅੱਜ ਮਾਇਆ ਹੈ, ਅੱਜ ਲੋਕ ਸਾਨੂੰ ਸ਼ਾਹੂਕਾਰ ਆਖਦੇ ਨੇ, ਸੇਠ ਆਖਦੇ ਨੇ। ਅਸੀਂ ਧਨਾੜ ਆ, ਬੇਅੰਤ ਮਾਇਆ, ਗੱਡੀਆਂ ਬੇਅੰਤ ਚੱਲਦੀਆਂ ਨੇ, ਬੜੀਆਂ ਬੜੀਆਂ ਵੱਡੀਆਂ ਬਿਲਡਿੰਗਾਂ ਨੇ, ਸਭ ਕੁਛ ਹੈ। ਕਦੀ ਮਾਣ ਨਹੀਂ ਕਰਨਾ ਕਿਉਂਕਿ ਉਹਦੀ ਮੌਜ ਦਾ ਕੋਈ ਪਤਾ ਨਹੀਂ ਹੈ। ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ। ਅੱਜ ਲੋਕ ਸ਼ਾਹੂਕਾਰ ਆਖਦੇ ਨੇ, ਕੱਲ ਉਹਦੀ ਨਜ਼ਰ ਉਪੱਠੀ ਹੋ ਗਈ ਤੇ ਲੋਕ ਭਿਖਾਰੀ ਵੀ ਆਖ ਸਕਦੇ ਨੇ, ਲੋਕ ਮੰਗਤਾ ਵੀ ਆਖ ਸਕਦੇ ਨੇ। ਅੱਜ ਗੱਡੀਆਂ ਚੱਲਦੀਆਂ, ਪਤਾ ਨਹੀਂ ਉਹਦੀ ਮੌਜ ਦਾ, ਉਹਦੇ ਰੰਗਾਂ ਦਾ, ਉਹਦੇ ਨਿਜ਼ਮਾਂ ਦਾ ਕੋਈ ਪਤਾ ਨਹੀਂ। ਅੱਜ ਗੱਡੀਆਂ ਦੇ ਬੈਠੇ ਹੋਏ ਆ, ਕੱਲ ਸਾਨੂੰ ਤੁਰਨ ਜੋਗਾ ਕੀ ਪੈਰੀ ਪਾਉਣ ਜੋਗਾ ਜੋੜਾ ਵੀ ਨਸੀਬ ਹੋਣਾ ਕਿ ਨਹੀਂ ਹੋਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਸਾ ਦੀ ਵਾਰ ਦੀ ਪੌੜੀ ਵਿੱਚ ਸਪਸ਼ਟ ਕੀਤਾ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਕਹਿੰਦੇ ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਚਲਾਉਂਦਾ ਹੈ, ਆਪਣੀ ਨਜ਼ਰ ਰੱਖ ਕੇ ਸਾਰਿਆਂ ਨੂੰ ਕਾਰੀ ਲਾਉਂਦਾ ਹੈ। ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ। ਆਪ ਹੀ ਜੀਵਾਂ ਨੂੰ ਵਡਿਆਈਆਂ ਬਖਸ਼ਦਾ ਹੈ ਅਤੇ ਆਪ ਹੀ ਉਹਨਾਂ ਨੂੰ ਕੰਮ ਵਿੱਚ ਲਾਉਂਦਾ ਹੈ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਧੇ ਲਾਏਂਦਾ। ਪ੍ਰਭੂ ਆਪ ਵੱਡਾ ਹੈ, ਸਭ ਤੋਂ ਵੱਡਾ ਹੈ, ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ। ਉਹਦਾ ਮਰਤਬਾ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਬੇਅੰਤ ਸ੍ਰਿਸ਼ਟੀ ਹੁੰਦਿਆਂ ਵੀ ਹਰੇਕ ਜੀਵ ਨੂੰ ਪ੍ਰਭੂ ਥਾਂ ਥਾਈਂ ਧੰਦਿਆਂ ਵਿੱਚ ਜੋੜ ਕੇ ਰੱਖਦਾ ਹੈ। ਪਰ ਆ ਪੰਗਤੀ ਕਮਾਲ ਦੀ ਗੁਰੂ ਸਾਹਿਬ ਦੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਕੋਲ ਅੱਜ ਮਾਇਆ ਤਾਂ ਹੈ ਪਰ ਨਾਲ ਹਉਮੈ ਦਾ ਹੰਕਾਰ ਵੀ ਨਾਲ ਹੈ। ਅੱਜ ਕੋਠੀਆਂ, ਕਾਰਾਂ, ਸ਼ੌਹਰਾਤ, ਜ਼ਮੀਨ, ਜਾਇਦਾਦਾਂ, ਪਦਵੀਆਂ ਤੇ ਹੈ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੂੜ ਹੈ। ਅੱਜ ਉਸ ਹੰਕਾਰ ਕਾਰਨ ਲੋਕ ਜੀਵ ਨੂੰ, ਮਨੁੱਖ ਨੂੰ ਮਨੁੱਖ ਨਹੀਂ ਜਾਣ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਕਦੀ ਮਾਣ ਨਾ ਕਰੀ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ। ਕਹਿੰਦੇ ਜੇ ਉਹ ਦੁਨੀਆ ਦੇ ਪਾਤਸ਼ਾਹ ਉੱਤੇ ਵੀ ਗੁੱਸੇ ਦੀ ਨਜ਼ਰ ਕਰੇ ਤਾਂ ਉਹਨੂੰ ਕੱਖੋਂ ਹੌਲਾ ਇੱਕ ਛਿੰਨ ਵਿੱਚ ਕਰਕੇ ਰੱਖ ਦਿੰਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਅਸਲ ਸੱਚਾਈ ਹੈ ਕਿ ਜਿਸ ਦਿਨ ਉਹਦੀ ਨਜ਼ਰ ਦੀ ਕਿਰਪਾ ਹੋਗੀ ਤੇ ਭਿਖਾਰੀ ਨੂੰ ਰਾਜਾ, ਜਿਸ ਦਿਨ ਉਹ ਗੁੱਸੇ ਵਿੱਚ ਆ ਗਿਆ, ਯਾਦ ਰੱਖਿਓ ਉਹ ਕਿਸ ਇਹੋ ਜੀ ਆਪਣੀ ਦ੍ਰਿਸ਼ਟੀ ਫੇਰੇਗਾ ਕਿ ਲੋਕਾਂ ਦੇ ਦਰ ਤੇ ਜਾ ਕੇ ਸਵਾਲ ਪਾਉਂਦੇ ਨੇ, ਅੱਗੋਂ ਉਹਨਾਂ ਨੂੰ ਕੋਈ ਖੈਰ ਵੀ ਨਸੀਬ ਨਹੀਂ ਹੁੰਦੀ ਹੈ। ਇਸ ਕਰਕੇ ਕਦੀ ਮਾਇਆ ਦਾ ਮਾਣ ਨਹੀਂ ਕਰਨਾ ਹੈ। ਪਰਮਾਤਮਾ ਆਪ ਸਭ ਕੁਝ ਹੈ। ਉਹ ਘੜੀਆਂ ਪਲਾਂ 'ਚ ਕਈ ਕੁਝ ਕਰ ਦਿੰਦਾ ਹੈ। ਆਪ ਹੀ ਧਰਤੀ ਨੂੰ, ਸ੍ਰਿਸ਼ਟੀ ਨੂੰ ਚਲਾਉਂਦਾ। ਸ਼ੀਹਾਂ, ਬਾਜਾਂ, ਚਰਗਾ, ਕੁਹੀਆਂ, ਇਹਨਾਂ ਖਵਾਲੇ ਘਾਹ ਖਾੜ ਤਿਨਾ ਮਾਸ ਖਵਾਲੇ, ਇਹ ਚਲਾ ਹੈ ਰਾਹ। ਨਦੀਆਂ ਵਿੱਚ ਟਿੱਬੇ ਦਖਾਲੇ, ਥਲੀ ਕਰੇ ਅਸਗਾਹ। ਕੀੜਾ ਥਾਪ ਦੇਹ ਪਾਤਸ਼ਾਹੀ, ਲਸਕਰ ਕਰੇ ਸੁਆਹ। ਜੇਤੇ ਜੀ ਜੀਵਾ ਲਹਿ ਸਾਹ ਜੀਵਾਲੇ ਤਾਂ ਕਿ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇਹ ਗਿਰਾ। ਜੇ ਉਹ ਚਾਹੇ ਆ ਸ਼ੇਰ, ਸ਼ੀਹਾਂ, ਸ਼ੇਰ, ਬਾਜਾਂ, ਚਰਗਾਂ, ਘੂਈਆਂ, ਇਹ ਜਿੰਨੇ ਮਾਸਾਹਾਰੀ ਜੀਵ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਜੇ ਉਹ ਚਾਹੇ ਤੇ ਇਹਨਾਂ ਨੂੰ ਘਾਹ ਖਾਣ ਤੇ ਲਾ ਦੇਵੇ। ਘਾਹ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾ ਹੈ ਰਾਹ। ਜੇ ਉਹ ਜਿਹੜੇ ਜੀਵ ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਵਾ ਦਿੰਦਾ ਹੈ। ਨਦੀਆਂ ਦੇ ਵਿੱਚ ਉਹ ਟਿੱਬੇ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦਿੰਦਾ ਹੈ। ਜੇ ਉਹ ਚਾਹੇ ਤੇ ਕੀੜੇ ਨੂੰ ਬਾਦਸ਼ਾਹੀ ਥਾਪ ਦਿੰਦਾ ਤੇ ਬੈਠੇ ਹੋਏ ਬਾਦਸ਼ਾਹ ਗੱਦੀ ਨੂੰ ਕੀੜਾ ਬਣਾ ਕੇ ਆਪਣੇ ਕੀੜੀਆਂ ਤੋਂ ਲਸ਼ਕਰਾਂ ਨੂੰ ਸਵਾਹ ਕਰ ਦਿੰਦਾ ਹੈ। ਇਸ ਕਰਕੇ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੈ। ਜੇ ਕਿਤੇ ਸੰਸਾਰ ਵਿੱਚ ਕੋਈ ਦੁੱਖ ਸੁੱਖ ਬਣਦਾ ਤੇ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ। ਗੁਰਮੁਖੋ ਕਦੀ ਮਾਇਆ ਦਾ ਮਾਣ ਨਹੀਂ ਕਰਨਾ ਹੈ। ਲਾਹੌਰ ਦਾ ਇੱਕ ਵਪਾਰੀ ਇਹ ਸਦਰ ਬਾਜ਼ਾਰ ਵਿੱਚ ਰਹਿੰਦਾ ਹੈ, ਕੱਪੜੇ ਦਾ ਵਪਾਰ ਕਰਦਾ ਹੈ। ਕਦੀ ਇਹਦੇ ਤੇ ਸਮਾਂ ਸੀ ਲੋਕ ਇਹਨੂੰ ਸੇਠ ਜੀ ਆਖਦੇ ਸੀ, ਸ਼ਾਹੂਕਾਰ ਆਖਦੇ ਸੀ, ਇੰਨੀ ਮਾਇਆ ਸੀ।
ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਹੈ ਨਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣੇ ਬੋਲੇ ਧੌਰਿਓ ਫਿਰਤ ਹੈ। ਕਹਿੰਦੇ ਜਦੋਂ ਮਿੱਟੀ ਦੇ ਪੁਤਲੇ ਕੋਲ ਮਾਇਆ ਹੁੰਦੀ ਫਿਰ ਹੱਸਦਾ, ਨੱਚਦਾ, ਸੁਣਦਾ, ਬੋਲਦਾ, ਫਿਰ ਇਹਦੇ ਗੀਤ ਵੀ ਗੰਦੇ ਹੋ ਜਾਂਦੇ ਨੇ, ਇਹਦੀ ਰਸਨਾ ਵੀ ਮਾੜੀ ਸ਼ਬਦ ਬੋਲਦੀ ਹੈ, ਇਹਦੀ ਪੈਰ ਵੀ ਸੰਗਤ ਵੱਲ ਜਾਂਦੀ ਹੈ। ਪਰ ਕੋਈ ਵਿਰਲੇ ਹੁੰਦੇ ਨੇ ਰਾਜੇ ਜਨਕ ਵਾਲੇ, ਮਾਇਆ ਦੇ ਵਿੱਚ ਵੀ ਉਦਾਸੀਨ ਰਹਿੰਦੇ ਨੇ, ਮਾਇਆ ਦੇ ਵਿੱਚ ਵੀ ਪਰਮਾਤਮਾ ਨੂੰ ਭੁੱਲਦੇ ਨਹੀਂ ਹੈ। ਇਹ ਸੇਠ ਦਾ ਨਾਮ ਬੜਾ ਸੀ, ਸ਼ਾਹੂਕਾਰ, ਬੇਅੰਤ ਮਾਇਆ, ਕੱਪੜੇ ਦਾ ਵਪਾਰ ਬੜਾ ਸੀ। ਪਰ ਸਮੇਂ ਨੇ ਇਹੋ ਜਿਹੀ ਕਰਵਟ ਬਦਲੀ ਕਿ ਇਹਦਾ ਕੰਮ ਘਟਦਾ ਬਿਲਕੁਲ ਘਟ ਗਿਆ। ਕੱਪੜੇ ਦਾ ਵਪਾਰ ਨਾ ਹੋਣਾ, ਇੱਥੋਂ ਤੱਕ ਕਿ ਇਸ ਨੇ ਆਪਣੀ ਘਰ ਦੀ ਦੇ ਗਹਿਣੇ ਵੇਚ ਕੇ ਵੀ ਦੁਕਾਨ ਵਿੱਚ ਰਾਸ ਪਾਈ ਕਿ ਹੋ ਸਕੇ ਬਜਾਜੀ ਦਾ ਕੰਮ ਚੱਲ ਜਾਵੇ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ। ਪਰ ਇਸ ਸੇਠ ਦਾ ਕੰਮ ਨਾ ਚੱਲਿਆ। ਜੋ ਉਧਾਰ ਲਿਆ ਸੀ ਉਹ ਵੀ ਲੋਕ ਫੇਰੇ ਮਾਰਦੇ ਨੇ। ਇਹਨੇ ਆਪਣੇ ਸਹੁਰਿਆਂ ਦੇ ਕੋਲੋਂ ਪੈਸੇ ਲੈ ਕੇ ਹੋਰ ਦੁਕਾਨ ਵਿੱਚ ਰਾਸ ਪਾਈ। ਇੱਥੇ ਮੈਂ ਇੱਕ ਛੋੜਾ ਜਿਹਾ ਜ਼ਿਕਰ ਕਰਾਂ ਜ਼ਰੂਰ। ਦੋ ਰਿਸ਼ਤੇ ਜਿੱਥੇ ਸਾਡੀਆਂ 21 ਕੁਲਾਂ ਬਣਦੀਆਂ ਨੇ, ਦਾਦਕਿਆਂ ਦੀਆਂ, ਨਾਨਕਿਆਂ ਦੀਆਂ, ਉੱਥੇ ਇੱਕ ਸਹੁਰੇ ਪਰਿਵਾਰ ਦੀਆਂ ਵੀ ਬਣਦੀਆਂ ਨੇ। ਦੁੱਖ ਸੁੱਖ ਵੇਲੇ ਆਪਸ ਦੇ ਵਿੱਚ ਇੱਕ ਦੂਜੇ ਦੇ ਭਾਈਵਾਲ ਬਣਨਾ। ਪਤਾ ਨਹੀਂ ਸਮਾਂ ਕਿਸ ਤਰ੍ਹਾਂ ਦਾ ਕਿਹਦੇ ਤੇ ਆ ਜਾਣਾ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਉਹ ਮਾਲਕ ਹੀ ਜਾਣਦਾ ਹੈ। ਪਰਮਾਤਮਾ ਵੀ ਜਿੱਥੇ ਸਾਨੂੰ ਇਹ ਦਾਤਾਂ ਬਖਸ਼ਦਾ ਰਿਸ਼ਤੇਦਾਰੀ ਦੀਆਂ, ਇਹ ਮਿਠਾਸ ਵਾਲੇ ਰਿਸ਼ਤੇ ਨੇ। ਪਰ ਇਹਨਾਂ ਰਿਸ਼ਤਿਆਂ ਦੇ ਵਿੱਚ ਇੱਕ ਪਿਓ, ਇੱਕ ਮਾਂ ਜਨਨੀ ਹੈ, ਇੱਕ ਘਰ ਵਾਲੀ ਦੀ ਮਾਂ ਪਿਓ ਹੈ, ਉਹ ਉਹਦੇ ਜਨਨੀ ਨੇ। ਇਸ ਕਰਕੇ ਗੁਰੂ ਸਾਹਿਬ ਸਾਨੂੰ ਇਹ ਮਾਂ ਪਿਓ ਦੋ ਬਖਸ਼ਦਾ ਹੈ। ਇਹ ਉਹਦੀ ਰਹਿਮਤ ਹੈ, ਉਹਦੀ ਕਿਰਪਾ ਹੈ। ਇਹਨਾਂ ਰਿਸ਼ਤਿਆਂ ਵਿੱਚ ਮਿਠਾਸ ਰਹਿਣੀ ਚਾਹੀਦੀ ਹੈ। ਸ਼ਾਹੂਕਾਰ ਨੇ ਸਹੁਰਿਆਂ ਦੇ ਕੋਲੋਂ ਮਾਇਆ ਲੈ ਕੇ ਕੰਮ ਸ਼ੁਰੂ ਕਰ ਲਿਆ। ਕੁਝ ਦਿਨਾਂ ਵਿੱਚ ਇਹਦੀ ਲੜਕੀ ਦਾ ਵਿਆਹ ਵੀ ਹੈ, ਪਰ ਕੰਮ ਨਾ ਚੱਲਿਆ। ਇਹਦੇ ਕੰਮ ਵਿੱਚ ਕੋਈ ਵਾਧਾ ਨਾ ਹੋਇਆ। ਹੁਣ ਵਿਆਹ ਕਾਰਜ ਲਈ ਪੱਲੇ ਕੁਝ ਚਾਹੀਦਾ, ਪੈਸਾ ਚਾਹੀਦਾ, ਕੋਈ ਕੰਮ, ਕੋਈ ਮਜ਼ਦੂਰੀ, ਮਿਹਨਤ ਕਰਨੀ ਵੀ ਵਪਾਰੀ ਵਾਸਤੇ ਔਖੀ ਹੈ। ਕਠਿਨ ਕੰਮ ਹੁੰਦਾ। ਜਿਹੜੇ ਬੰਦੇ ਨੇ ਕਦੀ ਕੋਈ ਕੰਮ ਨਹੀਂ ਕੀਤਾ, ਬੈਠਿਆਂ ਬਿਠਾਇਆ ਮਾਇਆ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਆ ਨਾ, ਕਈ ਕੋਟ ਬੈਠਤ ਹੀ ਖਾਏ। ਕਰੋੜਾਂ ਲੋਕ ਨੇ ਜਿਹੜੇ ਬੈਠਿਆਂ ਖਾਣਦੇ ਨੇ, ਪਰ ਜੇ ਉਹਨਾਂ ਲੋਕਾਂ ਨੂੰ ਮਿਹਨਤ ਕਰਨੀ ਪੈ ਜੇ, ਕਈ ਕੋਟ ਘਾਲੇ ਥੱਕ ਪਾਏ, ਜੇ ਉਹਨਾਂ ਨੂੰ ਘਾਲਣੀ ਪੈ ਜੇ, ਮਿਹਨਤ ਕਰਨੀ ਪੈ ਜੇ, ਮਜ਼ਦੂਰੀ ਕਰਨੀ ਪੈ ਜੇ, ਉਹਨਾਂ ਵਾਸਤੇ ਬੜੀ ਮੁਸ਼ਕਲ ਹੈ। ਹੁਣ ਸੇਠ ਵਾਸਤੇ ਬੜੀ ਮੁਸ਼ਕਲ ਹੈ। ਸ਼ਰਮ ਵੀ ਮਹਿਸੂਸ ਹੁੰਦੀ। ਕਦੀ ਲੋਕ ਸੇਠ ਆਖਦੇ ਨੇ ਅੱਜ ਘਰ ਵਿੱਚ ਪ੍ਰਸ਼ਾਦਾ ਵੀ ਨਹੀਂ ਹੈ ਖਾਣ ਵਾਸਤੇ। ਹੁਣ ਕੰਮ ਘਟਦਾ ਬਿਲਕੁਲ ਘਟ ਗਿਆ ਹੈ। ਬਹੁਤ ਹਾਲਤ ਜਿਹੜੀ ਹੈ ਵਪਾਰੀ ਦੀ ਤਰਸਯੋਗ ਬਣ ਚੁੱਕੀ ਹੈ। ਬਹੁਤ ਲੋਕਾਂ ਨੂੰ ਪਤਾ ਹੈ, ਪਰ ਕੋਈ ਸਹਾਇਤਾ ਲਈ ਅੱਗੇ ਨਹੀਂ ਆਉਂਦਾ ਹੈ। ਇੱਥੇ ਹੀ ਲਾਹੌਰ ਵਿੱਚ ਇੱਕ ਭਾਈ ਰਾਜਨ ਜੀ ਰਹਿੰਦੇ ਸੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਿਆਰੇ ਅਨੰਨ ਸਿੱਖ। ਗੁਰਸਿੱਖ ਉਹ ਹੀ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਦੀ ਹੁਕਮ ਵਿੱਚ ਹੈ, ਗੁਰੂ ਦੀ ਆਗਿਆ ਵਿੱਚ ਹੈ, ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਜਿਹੜੇ ਨਿਤਨੇਮ ਵਿੱਚ ਜੁੜੇ ਨੇ, ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜੇ ਨੇ, ਸੱਚ ਇਹ ਹੈ ਕਿ ਉਹਨਾਂ ਦੇ ਅੰਦਰ ਦਇਆ ਵੀ ਵਸਦੀ ਹੈ। ਭਾਈ ਰਾਜਨ ਜੀ ਨੂੰ ਪਤਾ ਲੱਗਾ ਕਿ ਇਹ ਵਪਾਰੀ ਸੇਠ ਸ਼ਾਹੂਕਾਰ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ। ਭਾਈ ਰਾਜਨ ਜੀ ਨੇ ਪੱਲਾ ਪਕੜੇ, ਆਪਣੇ ਗਲ 'ਚ ਹਜੂਰੀਆ ਪਾਇਆ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਕੋਲ ਹੈ। ਇਸ ਸੇਠ ਵਪਾਰੀ ਦੇ ਘਰ ਚਲੇ ਗਏ। ਬੈਠੇ ਨੇ, ਸੇਠ ਨੇ ਜਲ ਛਕਾਇਆ ਹੈ। ਭਾਈ ਰਾਜਨ ਜੀ ਆਖਣ ਲੱਗੇ, ਗੁਰੂ ਦਾ ਸਿੱਖ ਸੀ ਨਾ, ਅੰਦਰ ਨਿਮਰਤਾ ਸੀ, ਗਰੀਬੀ ਸੀ, ਤੇ ਜਦੋਂ ਘਰ ਗਏ ਨੇ ਹੁਣ ਨਿਮਰਤਾ ਵੀ ਨਾਲ ਹੈ, ਤੇ ਜਾ ਕੇ ਸਹਾਇਤਾ ਵਜੋਂ ਉਸ ਵਪਾਰੀ ਨੂੰ ਲੋੜ ਸੀ ਪੈਸੇ ਦੀ, ਕਿਸੇ ਨਾ ਕਿਸੇ ਤਰੀਕੇ ਉਸ ਵਪਾਰੀ ਨੂੰ ਪੈਸਾ ਦੇਣਾ ਸੀ। ਭਾਈ ਰਾਜਨ ਜੀ ਆਖਣ ਲੱਗੇ, ਸੇਠ ਜੀ ਮੇਰੇ ਤੋਂ ਮਾਇਆ ਲੈ ਲਓ ਤੇ ਆਪਣਾ ਤੁਸੀਂ ਕੰਮ ਹੋਰ ਰਾਸ ਪਾ ਕੇ ਆਰੰਭ ਕਰ ਲਓ, ਚੱਲ ਜਾਏਗਾ। ਜਦੋਂ ਮਾਇਆ ਹੋਏਗੀ ਵਾਪਸ ਕਰ ਦਿਓ।
ਅੱਜ ਵੀ ਇਦਾਂ ਹੁੰਦਾ ਹੈ ਗੁਰਮੁਖੋ। ਅੱਜ ਗਰੀਬੀ ਦਾ ਮਖੌਲ ਉਡਾਇਆ ਜਾਂਦਾ ਹੈ। ਕਿਲੋ ਕਿਲੋ ਆਟਾ ਦੇ ਕੇ, ਕਿਲੋ ਦਾਲ ਦੇ ਕੇ ਅਸੀਂ ਫੋਟੋਆਂ ਖਿੱਚ ਕੇ ਨੈੱਟ ਤੇ ਫੇਸਬੁੱਕ ਤੇ ਪਾਉਂਦੇ ਹਾਂ। ਬੇਇੱਜ਼ਤੀ ਹੈ। ਸਤਿਗੁਰੂ ਕਹਿੰਦੇ ਜੇ ਦਾਨ ਵੀ ਕਰਨਾ, ਕਿਸੇ ਨੂੰ ਕੁਝ ਦੇਣਾ, ਇੱਕ ਹੱਥ ਨਾਲ ਦਾਨ ਕਰ, ਦੂਜੇ ਨੂੰ ਪਤਾ ਵੀ ਨਾ ਲੱਗੇ। ਇਸ ਤਰ੍ਹਾਂ ਦੀ ਬਿਰਤੀ ਸਾਡੀ ਹੋਣੀ ਚਾਹੀਦੀ। ਚਲੋ ਮੰਨ ਵੀ ਲਓ ਕਿ ਬਾਹਰੋਂ ਮਾਇਆ ਆ ਰਹੀ ਹੈ। ਕਈ ਲੋਕ ਆਖਦੇ ਨੇ, ਜਦੋਂ ਮੈਂ ਸਵਾਲ ਕਰਦਾ, ਕਹਿੰਦੇ ਨੇ ਕਿ ਬਾਬਾ ਜੀ ਬਾਹਰ ਦੱਸਣਾ ਪੈਂਦਾ। ਦੱਸੋ, ਵੀਡੀਓ ਬਣਾਓ, ਫੋਟੋਆਂ ਖਿੱਚੋ, ਪਰ ਉਹਨਾਂ ਨੂੰ ਪਾਓ, ਉਸ ਗਰੁੱਪ ਵਿੱਚ ਪਾਓ ਜਿਹੜੇ ਤੁਹਾਨੂੰ ਮਾਇਆ ਕੱਲ ਰਹੇ ਨੇ, ਕਿ ਸਾਰੇ ਜਗਤ ਨੂੰ ਦੱਸਣਾ ਹੁੰਦਾ ਹੈ। ਖਲੋ ਖਲੋ ਕੇ ਲਾਗੇ, ਜੇ ਬੰਦੇ ਦੀ ਕਿਸੇ ਦੀ ਲੱਤ ਗਲੀ ਹੈ, ਉਹ ਬਿਮਾਰ ਹੈ, ਉਹਦੇ ਲਾਗੇ ਖਲੋ ਕੇ ਅਸੀਂ ਗੁਰਸਿੱਖ ਅੰਮ੍ਰਿਤਧਾਰੀ ਫੋਟੋਆਂ ਖਿੱਚਦੇ ਆ। ਦੇਖੋ ਜੀ ਕਿੰਨੀ ਹਾਲਤ ਤਰਸਯੋਗ ਹੈ। ਜੇ ਕਿਸੇ ਤੇ ਦਇਆ ਕਰਨੀ ਹੈ, ਕਿਸੇ ਦੀ ਹੈਲਪ ਮਦਦ ਕਰਨੀ ਹੈ, ਤੇ ਸਾਡੇ ਗੁਰੂ ਦਾ ਹੁਕਮ ਹੈ ਸੰਸਾਰ ਨੂੰ ਨਹੀਂ ਦੱਸਣਾ। ਨੇਕੀ ਕਰਕੇ ਖੂਹ ਵਿੱਚ ਸੁੱਟਣ ਦੇ ਬਰਾਬਰ ਕਰਨੀ ਹੈ। ਨੇਕੀ ਇਹੋ ਜੀ ਕਰ ਕਿਸੇ ਨੂੰ ਪਤਾ ਹੀ ਨਾ ਲੱਗੇ, ਉਹਨਾਂ ਦੇ ਮੂੰਹ ਚੋਂ ਅਸੀਸ ਤੇਰੇ ਵਾਸਤੇ ਨਿਕਲੇ। ਭਾਈ ਰਾਜਨ ਨੇ ਜਾ ਕੇ ਜਦੋਂ ਬੇਨਤੀ ਕੀਤੀ ਕਿ ਸੇਠ ਜੀ, ਸ਼ਾਹੂਕਾਰ ਜੀ, ਮਾਇਆ ਲੈ ਲਓ, ਕੰਮ ਚਲਾ ਲਓ, ਪਰ ਉਸ ਸੇਠ ਵਪਾਰੀ ਨੇ ਆਖਿਆ, ਨਹੀਂ ਭਾਈ ਸਾਹਿਬ ਜੀ, ਭਾਈ ਰਾਜਨ ਜੀ, ਪਰਮਾਤਮਾ ਨੇ ਮੈਨੂੰ ਹੱਥ ਪੈਰ ਦਿੱਤੇ ਨੇ, ਮੈਂ ਮਾਇਆ ਨਹੀਂ ਲੈਣੀ। ਗੁੱਸਾ ਕੀਤਾ ਸੇਠ ਨੇ। ਤੇ ਹੁਣ ਇੱਥੇ ਮੈਂ ਇੱਕ ਗੱਲ ਹੋਰ ਕਰਾਂ ਗੁਰਮੁਖੋ। ਅੱਜ ਥਾਂ ਥਾਂ ਤੇ ਭਿਖਾਰੀ ਬਣ ਗਏ ਨੇ। ਬਾਣੇ ਦੀ ਲਾਜ ਵੀ ਨਹੀਂ ਰਹੀ ਹੈ। ਰੁਪਈਆ 10-10 ਰੁਪਏ ਮੰਗਦੇ ਨੇ। ਹੱਥ ਪੈਰ ਜਦੋਂ ਸਾਬਤ ਨੇ, ਠੀਕ ਨੇ, ਫਿਰ ਮੰਗਣ ਦੀ ਕੀ ਲੋੜ ਹੈ। ਚਲੋ ਜਿਹਦੇ ਹੱਥ ਪੈਰ ਨਹੀਂ, ਕੋਈ ਕੰਮ ਨਹੀਂ ਕਰ ਸਕਦਾ, ਜਿੱਥੇ ਅਸੀਂ ਮੰਗਤੇ ਬਣੇ, ਉੱਥੇ ਛੋਟੇ ਛੋਟੇ ਬੱਚਿਆਂ ਨੂੰ ਵੀ ਮੰਗਤੇ ਬਣਾ ਲਿਆ। ਸਭ ਕੁਝ ਹੁੰਦਿਆਂ ਵੀ ਪੈਰ ਵੀ ਕਾਇਮ ਨੇ, ਹੱਥ ਵੀ ਨੇ, ਸਰੀਰ ਵੀ ਜਵਾਨ ਅਵਸਥਾ ਦੇ ਵਿੱਚ ਹੈ। ਬਸ ਫਰਕ ਹੈ ਕਿ ਆਦਤ ਤੇ ਸੁਭਾਅ ਬਣ ਚੁੱਕਾ ਹੈ, ਮੰਗਣ ਦਾ ਸੁਭਾਅ ਬਣ ਚੁੱਕਾ ਹੈ। ਕਰੀਏ ਕੁਝ ਨਾ, ਬਸ ਇਹੋ ਹੀ ਗੱਲ ਆਖਣੀ ਹੈ, ਗਰੀਬ ਆ, ਕੁਝ ਰੁਪਈਏ ਦੇ ਦਿਓ, ਤਸ ਕਰਕੇ ਕੋਈ ਮਾਇਆ ਦੇਗਾ, ਉਸੇ ਹੀ ਮਾਇਆ ਨਾਲ ਫਿਰ ਮੀਟ ਸ਼ਰਾਬ ਖਾਣਾ ਪੀਣਾ ਹੈ। ਪਰ ਨਹੀਂ, ਸੇਠ ਨੇ ਕਿਹਾ, ਨਹੀਂ ਭਾਈ ਸਾਹਿਬ ਜੀ, ਮੈਨੂੰ ਮਾਇਆ ਦੀ ਲੋੜ ਨਹੀਂ, ਮੈਂ ਮਾਇਆ ਨਹੀਂ ਲੈਣੀ, ਮੈਂ ਕੋਈ ਫਕੀਰ ਨਹੀਂ ਆ, ਮੰਗਤਾ ਨਹੀਂ ਆ। ਭਾਈ ਰਾਜਨ ਜੀ ਨੇ ਕੋਈ ਗੁੱਸਾ ਨਾ ਕੀਤਾ, ਚੁੱਪ ਕਰਕੇ ਵਾਪਸ ਆ ਗਏ। ਹੁਣ ਪਤਾ ਹੈ ਭਾਈ ਰਾਜਨ ਨੂੰ ਕਿ ਇਹਦੀ ਹਾਲਤ ਬੜੀ ਤਰਸਯੋਗ ਹੈ। ਅਗਲੇ ਦਿਨ ਭਾਈ ਰਾਜਨ ਨੇ ਉਸ ਵਪਾਰੀ ਦੀ ਸਹਾਇਤਾ ਲਈ ਇੱਕ ਹੋਰ ਵਿਉਂਤ ਸੋਚੀ। ਇਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ। ਭਾਈ ਰਾਜਨ ਨੇ ਆਪਣੇ ਨੌਕਰ ਨੂੰ ਉਸ ਵਪਾਰੀ ਤੋਂ ਖੱਦਰ ਦਾ ਕੱਪੜਾ ਮੁੱਲ ਲੈਣ ਲਈ ਭੇਜਿਆ ਕਿ ਜੇ ਉਸ ਤਰ੍ਹਾਂ ਮਾਇਆ ਨਹੀਂ ਲੈਂਦੇ, ਅਸੀਂ ਇਸ ਤਰ੍ਹਾਂ ਮਾਇਆ ਲੈ ਲੈਂਦੇ, ਦੇ ਦਿੰਨੇ ਆ। ਤੇ ਨੌਕਰ ਨੂੰ ਕਿਹਾ, ਜਿੰਨੇ ਦੀ ਖੱਦਰ ਦੇਵੇ, ਕੋਈ ਬਾਤ ਘਾਟ ਨਹੀਂ ਕਰਨੀ, ਪੈਸੇ ਦੇ ਕੇ ਆ ਜਾਣਾ। ਭਾਈ ਰਾਜਨ ਦਾ ਨੌਕਰ 100 ਰੁਪਈਆ ਲੈ ਕੇ ਖੱਦਰ ਦਾ ਕੱਪੜਾ ਖਰੀਦ ਲਿਆਇਆ। ਕੁਝ ਸਮਾਂ ਪਾ ਕੇ ਫਿਰ ਖਰੀਦ ਲਿਆਇਆ। ਅਗਲੇ ਦਿਨ ਫਿਰ ਖਰੀਦ ਲਿਆਇਆ। ਇਵੇਂ ਭਾਈ ਰਾਜਨ ਜੀ 10 ਦਿਨ ਰੋਜ਼ ਕੱਪੜਾ ਖਰੀਦਦੇ ਰਹੇ। ਤੇ ਜਦੋਂ ਰੋਜ਼ ਕੱਪੜਾ ਖਰੀਦਦੇ ਰਹੇ, ਵਟਕ ਚੱਲ ਗਈ। ਉਸ ਸੇਠ, ਉਸ ਸ਼ਾਹੂਕਾਰ ਦੇ ਘਰ ਖੁਸ਼ੀ ਦੀ ਲਹਿਰ ਆ ਗਈ। ਦੇਖੋ, ਬੇੜੀ ਡੁੱਬਦੀ ਵੀ ਪਾਣੀ ਵਿੱਚ ਹੈ ਤੇ ਬੇੜੀ ਚੱਲਦੀ ਵੀ ਪਾਣੀ ਤੇ ਹੈ। ਸੰਸਾਰ ਦੀ ਗ੍ਰਸਤੀ ਚੱਲਦੀ ਵੀ ਮਾਇਆ ਨਾਲ ਹੈ, ਤੇ ਯਾਦ ਰੱਖਿਓ, ਜੀਵ ਡੁੱਬਦਾ ਵੀ ਮਾਇਆ ਦੇ ਵਿੱਚ ਹੈ। ਬੇੜੀ ਚੱਲੇਗੀ ਪਾਣੀ ਦੇ ਉੱਪਰ, ਜਿਸ ਦਿਨ ਛੇਕ ਹੋ ਗਿਆ, ਉਸੇ ਪਾਣੀ ਦੇ ਵਿੱਚ ਡੁੱਬ ਜਾਏਗੀ। ਹੁਣ ਪੈਸਿਆਂ ਦੀ ਵਟਕ ਹੋ ਗਈ, ਘਰ 'ਚ ਖੁਸ਼ੀ ਦਾ ਮਾਹੌਲ ਬਣ ਗਿਆ। ਭਾਈ ਰਾਜਨ ਦੀ ਇਹ ਵਿਉਂਤ ਦੇ ਨਾਲ ਉਸਨੇ ਆਪਣੇ ਬੇਟੀ ਦਾ ਵਿਆਹ ਬੜਾ ਵਧੀਆ ਕਰ ਲਿਆ। ਉਸ ਉਪਰੰਤ ਉਹਦੀ ਦੁਕਾਨ ਵੀ ਠੀਕ ਚੱਲ ਗਈ। ਕੁਝ ਦਿਨ ਬਾਅਦ ਜਦੋਂ ਭਾਈ ਰਾਜਨ ਜੀ ਫਿਰ ਉਸ ਦੁਕਾਨ ਤੇ ਆਏ ਤੇ ਬੈਠ ਗਏ, ਆਖਣ ਲੱਗੇ, ਸੇਠ ਜੀ ਦੱਸੋ ਹੁਣ ਕੰਮਕਾਰ। ਆਖਣ ਲੱਗੇ, ਭਾਈ ਸਾਹਿਬ ਜੀ, ਕੰਮਕਾਰ ਬੜਾ ਸੋਹਣਾ ਚੱਲ ਪਿਆ ਹੈ। ਆਪ ਜੀ ਦਾ ਨੌਕਰ ਆਉਂਦਾ ਸੀ, ਉਹ ਖੱਦਰ ਦਾ ਕੱਪੜਾ ਖਰੀਦ ਕੇ ਖੜਦਾ ਸੀ, ਉਹਦੇ ਨਾਲ ਮੇਰਾ ਵਪਾਰ, ਮੇਰਾ ਕੰਮ ਚੱਲਿਆ, ਇੱਥੋਂ ਤੱਕ ਕਿ ਮੈਂ ਆਪਣੀ ਧੀ ਦਾ ਆਨੰਦ ਕਾਰਜ ਵੀ ਕਰ ਲਿਆ ਹੈ। ਤੇ ਭਾਈ ਸਾਹਿਬ ਆਖਣ ਲੱਗੇ, ਚਲੋ ਫਿਰ ਖੰਡੂਰ ਸਾਹਿਬ ਚੱਲੀਏ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੀਏ। ਸਤਿਗੁਰੂ ਜੀ ਦੇ ਦਰਸ਼ਨਾਂ ਲਈ ਭਾਈ ਰਾਜਨ ਤੇ ਸੇਠ ਲਾਹੌਰ ਤੋਂ ਚੱਲ ਪਏ। ਚਲਦਿਆਂ ਖੰਡੂਰ ਸਾਹਿਬ ਪਹੁੰਚੇ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੱਦੀ ਤੇ ਬਿਰਾਜਮਾਨ ਨੇ। ਤਿੰਨ ਦੁਨੀਆ ਦੇ ਮਾਲਕ, ਖੁਸ਼ੀਆਂ ਦੇਣ ਵਾਲੇ, ਦਾਤਾਂ ਦੇ ਕੇ ਨਿਹਾਲ ਕਰਨ ਵਾਲੇ, ਜਿਨ੍ਹਾਂ ਨੂੰ ਲੈਣੇ ਤੋਂ ਅੰਗਦ ਬਣਾਇਆ ਸੀ, ਗੁਰੂ ਸਾਹਿਬ ਬੈਠੇ ਨੇ। ਬਖਸ਼ਣਾ ਦੇ ਦਾਤੇ ਨੇ ਥਾਪੀ ਦਿੱਤੀ ਹੈ ਕਿ ਭਾਈ ਰਾਜਨ ਜੀ, ਕਿਸੇ ਦੀ ਸਹਾਇਤਾ ਕਰਨੀ ਤੇ ਇਸ ਤਰੀਕੇ ਨਾਲ ਕਰ ਲੈਣੀ ਚਾਹੀਦੀ ਹੈ। ਸੇਠ ਸਮਝ ਗਿਆ
ਕਿ ਇਹ ਸਿੱਖਿਆ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਸ ਦਿਨ ਸਮਝ ਆਉਂਦੀ ਮੈਂ ਵੀ ਗੁਰੂ ਦਾ ਹਾਂ, ਪੈਸਾ ਵੀ ਗੁਰੂ ਦਾ ਹੈ, ਲੈਣ ਵਾਲਾ ਵੀ ਗੁਰੂ ਦਾ ਹੈ, ਫਿਰ ਦਾਨੀ ਨੂੰ ਹੰਕਾਰ ਕਾਹਦਾ, ਸ਼ੁਕਰ ਹੈ ਉਸ ਦੇ ਦਿੱਤੇ ਵਿੱਚੋਂ ਇੱਕ ਕਿਸ਼ਤ ਉਤਰ ਜਾਂਦੀ ਹੈ। ਕਿਸੇ ਗਰੀਬ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹੋ। ਬਹੁਤ ਵਾਰ ਵੇਖਦੇ ਹਾਂ ਲੋਕ ਰਿਕਸ਼ੇ ਵਾਲੇ ਨੂੰ 5-10 ਰੁਪਏ ਦੇ ਕਾਰਨ ਲੜ ਪੈਂਦੇ ਨੇ। ਮਿਹਨਤ ਕਰਕੇ ਰੋਟੀ ਖਾਣ ਵਾਲੇ ਨੂੰ ਕੁਝ ਨਾ ਕੁਝ ਆਪਣੇ ਚੋਂ ਵੱਧ ਦਿਓ, ਇਹ ਪੁੰਨ ਹੈ। ਭਾਈ ਰਾਜਨ ਵਰਗੀ ਸੋਚ, ਧਨ ਪਦਾਰਥ ਸਭ ਗੁਰੂ ਦਾ ਹੈ, ਅਸੀਂ ਤਾਂ ਕੇਵਲ ਰੱਖੇ ਹਾਂ, ਪਰ ਦਿੱਤਾ ਮਾਲਕ ਨੇ ਹੈ। ਪੈਸੇ ਨੂੰ ਐਵੇਂ ਖਰਾਬ ਨਹੀਂ ਕਰਨਾ, ਸਗੋਂ ਨੇਕੀ ਤੇ ਕੰਮ ਤੇ ਲਾਉਣਾ ਹੈ। ਇਸ ਧਨ ਨਾਲ ਕਿਸੇ ਦੀ ਮੁਸ਼ਕਲ ਦੂਰ ਹੋ ਜਾਵੇ। ਇਸ ਧਨ ਨਾਲ ਕਿਸੇ ਦੀ ਸਹਾਇਤਾ ਇਵੇਂ ਕਰਨੀ ਹੈ ਕਿ ਸੱਜਾ ਹੱਥ ਦੇਵੇ, ਖੱਬੇ ਹੱਥ ਨੂੰ ਪਤਾ ਵੀ ਨਾ ਚੱਲੇ। ਦੇ ਕੇ ਸ਼ੁਕਰ ਮਨਾਉਣਾ ਹੈ। ਸ਼ੁਕਰ ਹੈ ਪਰਮਾਤਮਾ ਤੇਰੇ ਦਿੱਤੇ ਵਿੱਚੋਂ ਹੀ ਅਸੀਂ ਕੁਝ ਕਿਸੇ ਨੂੰ ਦਿੱਤਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਇਹ ਸਿੱਖਿਆ ਸੁਣ ਕੇ ਸੇਠ ਵੀ ਗੁਰੂ ਸਾਹਿਬ ਦੇ ਚਰਨਾਂ ਦਾ ਭੌਰਾ ਬਣ ਗਿਆ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਇਹ ਸਤਿਗੁਰੂ ਦੀ ਕਿਰਪਾ ਦੇ ਸਦਕਾ ਹੈ। ਕਰਨ ਮੇਰੇ ਸਤਿਗੁਰੂ ਜੀ ਰਹਿਮਤ। ਭਾਈ ਰਾਜਨ ਦੀ ਸਾਖੀ ਦਾ ਹੁਕਮ ਹੋਇਆ ਸੀ, ਆਪ ਜੀ ਨੇ ਸਰਵਣ ਕੀਤੀ। ਇਸ ਤਰ੍ਹਾਂ ਦੀ ਮਨ ਬਿਰਤੀ ਸੰਗਤ ਜੀ ਬਣਾਉਣੀ ਹੈ। ਇਸ ਤਰ੍ਹਾਂ ਦਾ ਜੇ ਕਿਸੇ ਨੂੰ ਕੋਈ ਪੈਸਾ ਵੀ ਦੇਣਾ, ਕਿਸੇ ਨੂੰ ਦੱਸਣਾ ਨਹੀਂ, ਨਾ ਨਹੀਂ ਆਪਣਾ, ਆਪਣੀ ਵਡਿਆਈ ਨਹੀਂ ਕਰਾਉਣੀ। ਜੋ ਦਿੱਤਾ ਉਹ ਮਾਲਕ ਦੇ ਦਿੱਤਿਆਂ ਵਿੱਚ। ਇਸ ਕਰਕੇ ਮੈਂ ਆਖ ਰਿਹਾ ਸੀ, ਸਮੇਂ ਦਾ ਪਤਾ ਨਹੀਂ, ਸਮੇਂ ਦੀ ਕਰਵਟ ਦਾ ਪਤਾ ਨਹੀਂ। ਅੱਜ ਬਾਦਸ਼ਾਹ ਹਾਂ, ਕੱਲ ਨੂੰ ਉਹਨੇ ਸਾਨੂੰ ਭਿਖਾਰੀ ਨਹੀਂ ਬਣਾ ਦੇਣਾ ਹੈ। ਇਸ ਕਰਕੇ ਉਸ ਦੀ ਰਜ਼ਾ ਵਿੱਚ ਰਹਿਣਾ ਸਿੱਖੀਏ।